ਹੈਲੋ ਡੀਅਰ ਸਟੂਡੈਂਟਸ, ਅੱਜ ਆਪਾਂ ਕਰੈਕਟਰਿਸਟਿਕਸ ਆਫ ਸਟੈਂਡਰਡ ਯੂਨਿਟ ਪੜਾਂਗੇ। ਹੁਣ ਤੋਂ ਬਹੁਤ ਸਾਲ ਪਹਿਲਾਂ ਕੀ ਸੀਗਾ ਕਿ ਲੋਕ ਆਪਣੇ ਹੱਥ ਯੂਜ਼ ਕਰਦੇ ਸੀ ਕਿਸੇ ਚੀਜ਼ ਦਾ ਡਿਸਟੈਂਸ ਮੇਜ਼ਰ ਕਰਨ ਦੇ ਲਈ, ਜਾਂ ਆਪਣੇ ਪੈਰ ਯੂਜ਼ ਕਰਦੇ ਸੀ। ਕਹਿ ਦਿੰਦੇ ਸੀਗੇ 5 ਫੁੱਟ ਡਿਸਟੈਂਸ ਆ, ਮੀਨਸ ਆਪਣੇ ਪੈਰਾਂ ਨੂੰ ਯੂਜ਼ ਕਰ ਰਹੇ ਸੀ, ਜਾਂ ਹੱਥ ਯੂਜ਼ ਕਰਦੇ ਸੀਗੇ, ਕੂਣੀ ਤੱਕ ਡਿਸਟੈਂਸ ਮੇਜ਼ਰ ਕਰ ਲੈਂਦੇ ਸੀਗੇ। ਤਾਂ ਇਸ ਤਰ੍ਹਾਂ ਨਾਲ ਡਿਸਟੈਂਸ ਮੇਜ਼ਰ ਕਰਨ ਨਾਲ ਕੀ ਸੀਗਾ ਕਿ ਬਹੁਤ ਜ਼ਿਆਦਾ ਲਿਮਿਟੇਸ਼ਨਸ ਸੀਗੀਆਂ, ਇਹਦੀਆਂ ਬਹੁਤ ਕਮੀਆਂ ਆਉਂਦੀਆਂ ਸੀਗੀਆਂ, ਗਲਤੀਆਂ ਹੋ ਜਾਂਦੀਆਂ ਸੀ। ਕੀ ਗਲਤੀਆਂ ਹੋ ਜਾਂਦੀਆਂ ਸੀਗੀਆਂ ਕਿ ਹਰ ਇੱਕ ਦੇ ਹੱਥ ਦਾ ਸਾਈਜ਼ ਡਿਫਰੈਂਟ ਹੈ, ਹਰ ਇੱਕ ਇਨਸਾਨ ਦੇ ਪੈਰ ਦਾ ਸਾਈਜ਼ ਡਿਫਰੈਂਟ ਹੈ। ਇਸ ਤਰ੍ਹਾਂ ਨਾਲ ਫਿਰ ਕਮੀਆਂ ਨੂੰ ਦੂਰ ਕਰਨ ਦੇ ਲਈ ਸਾਨੂੰ ਕਿਸੇ ਇੱਕ ਸਟੈਂਡਰਡ ਸੈੱਟ ਕਰਨਾ ਪੈਣਾ ਸੀ। ਸਟੈਂਡਰਡ ਮੀਨਸ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਇੱਕ ਚੀਜ਼ ਨੂੰ ਫਿਕਸਡ ਮੰਨ ਲੈਣਾ ਪੈਣਾ ਸੀਗਾ ਕਿ ਹਾਂ ਇਹਨੂੰ ਹੀ 1 ਮੀਟਰ ਕਵਾਂਗੇ, ਇਹਨੂੰ ਵਾਲੇ ਡਿਸਟੈਂਸ ਨੂੰ 1 ਸੈਂਟੀਮੀਟਰ ਕਵਾਂਗੇ। ਤਾਂ ਉਹ ਸਟੈਂਡਰਡ ਸੈੱਟ ਕੀਤਾ ਗਿਆ। ਤਾਂ ਉਹਦੇ ਲਈ ਅਸੀਂ ਯੂਨਿਟਸ ਬੋਲਦੇ ਕਿ ਲੈਂਥ ਮੇਜ਼ਰ ਕਰਦੇ ਹਾਂ, ਜੋ ਲੈਂਥ ਹੋਊਗੀ ਉਹਨੂੰ ਅਸੀਂ ਮੀਟਰ ਵਿੱਚ ਮੇਜ਼ਰ ਕਰਾਂਗੇ ਐਜ਼ ਅ ਸਟੈਂਡਰਡ। ਅਗਰ ਮਾਸ ਮੇਜ਼ਰ ਕਰਦੇ ਪਏ ਹਾਂ ਤਾਂ ਉਹਨੂੰ ਅਸੀਂ ਕਿਲੋਗ੍ਰਾਮ ਵਿੱਚ ਲਵਾਂਗੇ। ਟਾਈਮ ਮੇਜ਼ਰ ਕਰਦੇ ਪਏ ਹਾਂ ਤਾਂ ਅਸੀਂ ਉਹਨੂੰ ਸੈਕਿੰਡਸ ਵਿੱਚ ਲਵਾਂਗੇ। ਠੀਕ ਹੈ ਜੀ। ਤਾਂ ਜੋ ਸਟੈਂਡਰਡ ਸੈੱਟ ਕਰ ਦਿੱਤਾ ਗਿਆ ਤਾਂ ਇਹਦੇ ਵਿੱਚ ਕਿਵੇਂ ਦੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ, ਜੋ ਤਾਂ ਕਰੈਕਟਰਿਸਟਿਕ ਫੀਚਰਸ ਕੀ ਹੈ ਕਿ ਅਸੀਂ ਇਹੀ ਪੜਾਂਗੇ ਕਿ ਜੋ ਸਟੈਂਡਰਡ ਸੈੱਟ ਕੀਤੇ ਗਏ ਉਹ ਕਿੱਦਾਂ ਦੇ ਹੋਣੇ ਚਾਹੀਦੇ ਆ। ਉਹ ਵੈਲ ਡਿਫਾਈਨਡ ਹੋਣੇ ਚਾਹੀਦੇ ਆ। ਫਸਟਲੀ ਵੈਲ ਡਿਫਾਈਨਡ ਦਾ ਮਤਲਬ ਕਿ ਉਹਨਾਂ ਦੀ ਕੋਈ ਐਗਜ਼ੈਕਟ ਡੈਫੀਨੇਸ਼ਨ ਹੋਵੇ। ਅਸੀਂ ਕਿਹਨੂੰ ਕਹੀਏ ਕਿ 1 ਮੀਟਰ ਆ, ਜਾਂ ਕਿਸ ਚੀਜ਼ ਨੂੰ ਕਹੀਏ ਕਿ 1 ਕਿਲੋਗ੍ਰਾਮ ਆ, ਜਾਂ 1 ਸੈਕਿੰਡ ਹੈ, ਤਾਂ ਉਹਦੇ ਲਈ ਇੱਕ ਫਿਕਸਡ ਡੈਫੀਨੇਸ਼ਨ ਹੋਣੀ ਚਾਹੀਦੀ ਹੈ ਜੋ ਵੈਲ ਡਿਫਾਈਨਡ ਹੋਵੇ। ਠੀਕ ਹੈ। ਸੈਕਿੰਡਲੀ ਕੀ ਹੈ ਕਿ ਉਹ ਸੂਟੇਬਲ ਸਾਈਜ਼ ਦਾ ਹੋਣਾ ਚਾਹੀਦਾ। ਸੂਟੇਬਲ ਸਾਈਜ਼ ਦਾ ਮਤਲਬ ਬਹੁਤ ਜ਼ਿਆਦਾ ਵੱਡਾ ਵੀ ਨਹੀਂ ਹੋਣਾ ਚਾਹੀਦਾ, ਬਹੁਤ ਜ਼ਿਆਦਾ ਛੋਟਾ ਵੀ ਨਹੀਂ ਹੋਣਾ ਚਾਹੀਦਾ। ਹੋਰ ਕਿਤੇ ਬਹੁਤ ਜ਼ਿਆਦਾ ਵੱਡਾ ਹੋਵੇ ਤਾਂ ਸਾਨੂੰ ਕੈਰੀ ਕਰਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਣਾ ਔਖਾ ਹੋ ਜੇ, ਜਾਂ ਫਿਰ ਬਹੁਤ ਜ਼ਿਆਦਾ ਛੋਟਾ ਕਿ ਅਸੀਂ ਉਹਨੂੰ ਬਸ ਧਿਆਨ ਨਾਲ ਬਸ ਲੱਭ ਹੀ ਰਹੇ ਹਾਂ। ਤਾਂ ਬਹੁਤ ਵੱਡਾ ਵੀ ਨਹੀਂ ਹੋਣਾ ਚਾਹੀਦਾ, ਬਹੁਤ ਛੋਟਾ ਵੀ ਨਹੀਂ ਹੋਣਾ ਚਾਹੀਦਾ। ਫਿਕਸਡ ਸਾਈਜ਼ ਜਾਂ ਸੂਟੇਬਲ ਸਾਈਜ਼ ਦਾ ਹੋਣਾ ਚਾਹੀਦਾ ਜਿਹਨੂੰ ਆਸਾਨੀ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲਿਜਾਇਆ ਜਾ ਸਕੇ। ਠੀਕ ਹੈ। ਨੈਕਸਟ ਹੈ ਕਿ ਈਜ਼ੀਲੀ ਰੀਪਰੋਡਿਊਸੇਬਲ ਹੋਣਾ ਚਾਹੀਦਾ। ਈਜ਼ੀਲੀ ਰੀਪਰੋਡਿਊਸੇਬਲ ਮਤਲਬ ਹਰ ਇੱਕ ਜਗ੍ਹਾ 'ਤੇ ਬਣਾਇਆ ਜਾ ਸਕੇ। ਇੱਦਾਂ ਨਹੀਂ ਹੈਗਾ ਕਿ ਇੱਕ ਜਗ੍ਹਾ 'ਤੇ ਬਸ ਬਣਾਇਆ ਜਾ ਸਕਦਾ ਅਤੇ ਉਹਨੂੰ ਚੱਕ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲਿਜਾਣ 'ਚ ਹੀ ਸਾਰਾ ਟਾਈਮ ਵੇਸਟ ਹੋ ਰਿਹਾ ਜਾਂ ਪ੍ਰੋਬਲਮਸ ਆ ਰਹੀਆਂ। ਤਾਂ ਜਿੱਥੇ ਵੀ ਸਾਨੂੰ ਜ਼ਰੂਰਤ ਹੋਵੇ ਅਸੀਂ ਉਹਨੂੰ ਬਣਾ ਸਕੀਏ। ਜਿਵੇਂ ਕਿ 1 ਮੀਟਰ ਰੋਡ ਆ, ਅਸੀਂ ਕਿਤੇ ਵੀ ਚਾਹੀਏ ਉੱਥੇ ਬਣਾ ਸਕਦੇ ਹਾਂ ਕਿ ਫਿਕਸ ਕਰ ਸਕਦੇ ਹਾਂ ਕਿ ਇੰਨਾ ਡਿਸਟੈਂਸ, ਕਿਉਂਕਿ ਸਾਡੇ ਕੋਲ ਸਟੈਂਡਰਡ ਆ ਗਿਆ 1 ਮੀਟਰ, ਤਾਂ ਅਸੀਂ ਫਿਕਸਡ ਡਿਸਟੈਂਸ ਕਰ ਸਕਦੇ ਹਾਂ ਕਿ ਇਹ 1 ਮੀਟਰ ਹੈ। ਠੀਕ ਹੈ। ਤਾਂ ਈਜ਼ੀਲੀ ਰੀਪਰੋਡਿਊਸੇਬਲ ਐਟ ਐਵਰੀ ਪਲੇਸ, ਹਰ ਇੱਕ ਜਗ੍ਹਾ 'ਤੇ ਈਜ਼ੀਲੀ ਬਣਾਇਆ ਜਾ ਸਕੇ। ਨੈਕਸਟ ਹੈ ਕਿ ਇਟ ਸ਼ੁੱਡ ਨਾਟ ਚੇਂਜ ਵਿਦ ਟਾਈਮ ਦੇ ਨਾਲ ਜਾਂ ਟੈਂਪਰੇਚਰ ਨਾਲ, ਇਨਵਾਇਰਮੈਂਟਲ ਕੰਡੀਸ਼ਨ ਦੇ ਨਾਲ ਚੇਂਜ ਨਾ ਹੋਵੇ। ਨਾਟ ਚੇਂਜ ਵਿਦ ਟਾਈਮ ਦੇ ਚੇਂਜ ਹੋਣ ਦੇ ਨਾਲ ਜਾਂ ਜਗ੍ਹਾ ਦੇ ਚੇਂਜ ਹੋਣ ਦੇ ਨਾਲ ਚੇਂਜ ਨਾ ਹੋਵੇ। ਔਰ ਫਰੋਮ ਪਲੇਸ ਟੂ ਪਲੇਸ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਗਏ ਤਾਂ ਉਹਦੀ ਲੈਂਥ 'ਚ ਫਰਕ ਆ ਗਿਆ ਜਾਂ ਉਹਦੇ ਵੇਟ 'ਚ ਫਰਕ ਆ ਗਿਆ, ਐਵੇਂ ਦਾ ਕੁਝ ਨਹੀਂ ਹੋਣਾ ਚਾਹੀਦਾ। ਨੈਕਸਟ ਹੈ ਕਿ ਫਿਜ਼ੀਕਲ ਕੰਡੀਸ਼ਨਸ ਦੇ ਚੇਂਜ ਹੋਣ ਦੇ ਨਾਲ ਚੇਂਜ ਨਾ ਹੋਵੇ। ਫਿਜ਼ੀਕਲ ਕੰਡੀਸ਼ਨ ਵਿੱਚ ਕੀ ਆਉਂਦਾ, ਟੈਂਪਰੇਚਰ, ਪ੍ਰੈਸ਼ਰ। ਕੁਝ ਮੈਟਲਸ ਐਵੇਂ ਦੀਆਂ ਹੁੰਦੀਆਂ ਨਾ ਕਿ ਟੈਂਪਰੇਚਰ ਦੇ ਇਨਕਰੀਜ਼ ਹੋਣ ਦੇ ਨਾਲ ਐਕਸਪੈਂਡ ਕਰ ਜਾਂਦੀਆਂ, ਫੈਲ ਜਾਂਦੀਆਂ, ਜਾਂ ਸਾਈਜ਼ ਛੋਟਾ ਹੋ ਜਾਂਦਾ। ਤਾਂ ਐਵੇਂ ਦਾ ਕੁਝ ਨਾ ਹੋਵੇ। ਉਹ ਜਿਸ ਵੀ ਮਟੀਰੀਅਲ ਦਾ ਬਣਿਆ ਹੋਵੇ ਉਹ ਟੈਂਪਰੇਚਰ ਕੰਡੀਸ਼ਨਸ ਚੇਂਜ ਹੋਣ ਦੇ ਨਾਲ, ਇਨਵਾਇਰਮੈਂਟ ਦੀਆਂ ਕੰਡੀਸ਼ਨ ਚੇਂਜ ਹੋਣ ਦੇ ਨਾਲ ਚੇਂਜ ਨਾ ਹੁੰਦਾ ਹੋਵੇ। ਮੀਨਸ ਜਿੰਨੀ ਉਹਦੀ ਲੈਂਥ ਆ ਓਨੀ ਫਿਕਸਡ ਹੀ ਰਵੇ। ਨੈਕਸਟ ਹੈ ਈਜ਼ੀਲੀ ਅਸੈਸਿਬਲ, ਮੀਨਸ ਅਸੀਂ ਉੱਥੇ ਤੱਕ ਆਸਾਨੀ ਨਾਲ ਪਹੁੰਚ ਸਕਦੇ ਹੋਈਏ। ਅਸੈਸਿਬਲ ਮਤਲਬ ਹੁੰਦਾ ਪਹੁੰਚ ਜਾਣਾ। ਤਾਂ ਇਹਨਾਂ ਸਾਰੇ ਜੋ SI ਯੂਨਿਟ ਜਾਂ ਸਟੈਂਡਰਡ ਯੂਨਿਟ ਦੇ ਕਰੈਕਟਰਿਸਟਿਕਸ ਆ ਉਹਦੇ ਅਕੋਰਡਿੰਗ ਕੀ ਸੀਗਾ ਕਿ ਜੋ ਲੈਂਥ ਦੇ ਯੂਨਿਟ ਮੀਟਰ, ਮਾਸ ਦੇ ਯੂਨਿਟ ਕਿਲੋਗ੍ਰਾਮ, ਟਾਈਮ ਦੇ ਯੂਨਿਟ ਸੈਕਿੰਡ ਸੀ, ਉਹਨਾਂ ਨੂੰ ਡਿਫਾਈਨ ਕੀਤਾ ਗਿਆ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਯੂਨਿਟ ਆਫ ਲੈਂਥ। ਲੈਂਥ ਕੀ ਹੁੰਦੀ ਆ? ਲੈਂਥ ਹੁੰਦੀ ਸੀਗੀ ਕਿ ਡਿਸਟੈਂਸ ਚੈੱਕ ਕਰਨਾ, ਕੋਈ ਵੀ 2 ਫਿਕਸਡ ਪੁਆਇੰਟ ਕਰਤੇ, ਇੱਕ A ਪੁਆਇੰਟ ਲੈ ਲਿਆ, B ਪੁਆਇੰਟ ਲੈ ਲਿਆ, ਦੋਨਾਂ ਦੇ ਵਿੱਚ ਜੋ ਵੀ ਦੂਰੀ ਹੋਏਗੀ ਉਹਨੂੰ ਅਸੀਂ ਕੀ ਬੋਲ ਦਾਂਗੇ, ਲੈਂਥ। ਠੀਕ ਹੈ। ਤਾਂ ਲੈਂਥ ਆਫ ਐਨ ਆਬਜੈਕਟ ਮੇ ਬੀ ਡਿਫਾਈਨਡ ਐਜ਼ ਡਿਸਟੈਂਸ ਆਫ ਸੈਪਰੇਸ਼ਨ ਬਿਟਵੀਨ 2 ਐਂਡਸ। ਮੀਨਸ 2 ਪੁਆਇੰਟਸ ਵਿੱਚ ਕਿੰਨਾ ਸੈਪਰੇਸ਼ਨ ਮਤਲਬ ਕਿੰਨਾ ਡਿਸਟੈਂਸ, ਕਿੰਨੀ ਦੂਰੀ ਨਾਲ ਇਹ ਅਲੱਗ-ਅਲੱਗ ਹੋ ਰਹੇ ਆ। ਡਿਸਟੈਂਸ ਆਫ ਸੈਪਰੇਸ਼ਨ ਬਿਟਵੀਨ 2 ਪੁਆਇੰਟਸ। ਲੈਂਥ ਦੇ ਯੂਨਿਟਸ ਕੀ ਹੈ? ਮੀਟਰ। ਤਾਂ ਜੋ ਅਸੀਂ ਮੀਟਰ ਨੂੰ ਡਿਫਾਈਨ ਕਰਨਾ ਹੈ ਉਹ ਕੀ ਹੈ ਕਿ ਸਾਡੇ ਕੋਲ ਪੈਰਿਸ ਵਿੱਚ ਕੀ ਹੋਇਆ ਸੀਗਾ, ਪੈਰਿਸ ਦੀ ਅਕੈਡਮੀ ਦੇ ਵਿੱਚ ਡਿਫਾਈਨ ਕੀਤਾ ਗਿਆ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਜੋ ਅਰਥ ਹੈ, ਠੀਕ ਹੈ, ਅਰਥ ਦਾ ਕੀ ਹੈ, ਪੋਲ, ਧਰੁਵ, ਨਾਰਥ ਪੋਲ ਹੈ ਜੋ ਇਹ, ਤੇ ਆ ਇਕੁਏਟਰ ਜਿਹਨੂੰ ਭੂਮੱਧ ਰੇਖਾ ਵੀ ਕਹਿੰਦੇ ਆ। ਠੀਕ ਹੈ। ਇਹਨਾਂ ਦੇ ਵਿੱਚ ਪੋਲ ਤੋਂ ਨਾਰਥ ਪੋਲ ਤੋਂ ਭੂਮੱਧ ਰੇਖਾ ਯਾਨੀ ਇਕੁਏਟਰ ਦਾ ਡਿਸਟੈਂਸ ਮੇਜ਼ਰ ਕਰੋ। ਠੀਕ ਹੈ। ਜੋ ਡਿਸਟੈਂਸ ਹੋਏਗਾ ਉਹਦਾ 1/10 ਮਿਲੀਅਨਥ
1/10 millionth means 1/110 millionth 1/10 millionth the distance between pole and equator। ਹੁਣ ਜੋ ਪੋਲ ਤੇ ਇਕੁਏਟਰ ਤੋਂ ਡਿਸਟੈਂਸ ਮੇਜ਼ਰ ਕਰ ਰਹੇ ਆ ਉਹ ਇਦਾਂ ਵੀ ਹੋ ਸਕਦਾ ਨਾ ਕਿਸੇ ਇਦਾਂ ਸਿੱਧਾ ਮੇਜ਼ਰ ਕਰ ਲਿਆ, ਇਦਾਂ ਵੀ ਮੇਜ਼ਰ ਕਰ ਸਕਦੇ ਆ, ਇਦਾਂ ਕਿਸ ਤਰ੍ਹਾਂ ਵੀ ਮੇਜ਼ਰ ਕਰ ਸਕਦੇ ਆ ਪੋਲ ਤੋਂ। ਤਾਂ ਸਾਨੂੰ ਕੀ ਪਤਾ ਚੱਲੂ ਕਿ ਐਗਜ਼ੈਕਟ ਕੀ ਆ। ਤਾਂ ਉਹਨਾਂ ਨੇ ਇਹ ਸਿਲੈਕਟ ਕਰ ਲਿਆ ਕਿ ਅਸੀਂ ਪੈਰਿਸ ਵਿੱਚੋਂ ਜੋ ਲਾਈਨ ਲੰਘਦੀ ਹੋਊਗੀ, ਪੈਰਿਸ ਵਿੱਚੋਂ ਜੋ ਲਾਈਨ ਲੰਘਦੀ ਹੋਊਗੀ ਉੱਥੋਂ ਜੋ ਪੋਲ ਤੋਂ ਇਕੁਏਟਰ ਤੱਕ ਦਾ ਡਿਸਟੈਂਸ ਆ ਅਸੀਂ ਉਹਨੂੰ ਡਿਫਾਈਨ ਕਰਾਂਗੇ 1 ਮੀਟਰ। ਤਾਂ ਪੈਰਿਸ ਅਕੈਡਮੀ ਨੇ ਕਿੱਦਾਂ ਡਿਫਾਈਨ ਕੀਤਾ 1 ਮੀਟਰ ਨੂੰ ਕਿ 1 ਮੀਟਰ ਐਜ਼ ਅ 1/10 millionth of the distance from the north pole to the equator of earth। ਪਰ ਇਸ ਡੈਫੀਨੇਸ਼ਨ ਦੇ ਵਿੱਚ ਕੋਈ ਜ਼ਿਆਦਾ ਐਕੂਰੇਸੀ ਨਹੀਂ ਸੀ ਕਿਉਂਕਿ ਕੋਈ ਨੈਚੁਰਲ ਡਿਜ਼ਾਸਟਰ ਹੋ ਸਕਦਾ ਸੀਗਾ, ਕੁਦਰਤੀ ਆਫਤਾਂ, ਠੀਕ ਹੈ, ਉਹਦੇ ਕਰਕੇ ਕੀ ਸੀਗਾ ਕਿ ਅਰਥ ਡੈਮੇਜ ਹੋ ਸਕਦੀ ਸੀ, ਅਰਥ ਖਰਾਬ ਹੋ ਸਕਦੀ ਸੀ, ਨਸ਼ਟ ਹੋ ਸਕਦੀ ਸੀ। ਤਾਂ ਸਾਨੂੰ ਐਗਜ਼ੈਕਟ ਡਿਸਟੈਂਸ ਕਿਵੇਂ ਪਤਾ ਚੱਲੂਗਾ? ਮੰਨ ਲਓ ਕਿ ਪੈਰਿਸ ਵਿੱਚ ਅਰਥ ਖਰਾਬ ਹੋ ਗਈ ਕੋਈ ਨੈਚੁਰਲ ਕੈਲਾਮਾਈਟ ਕਰਕੇ, ਤਾਂ ਫਿਰ ਸਾਨੂੰ ਐਗਜ਼ੈਕਟ ਡੈਫੀਨੇਸ਼ਨ ਦੁਬਾਰਾ ਤੋਂ ਅਸੀਂ 1 ਮੀਟਰ ਬਣਾਉਣਾ ਹੋਵੇ ਤਾਂ ਨਹੀਂ ਬਣਾ ਪਾਵਾਂਗੇ, ਠੀਕ ਹੈ। ਤਾਂ ਫਿਰ ਇਹਨੂੰ ਅਸੀਂ ਚੇਂਜ ਕੀਤਾ। ਤਾਂ ਸੈਕਿੰਡ ਟਾਈਮ ਜੋ ਡੈਫੀਨੇਸ਼ਨ ਆਈ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, ਪਲੈਟੀਨਮ ਈਰੀਅਮ ਦੀ ਇੱਕ ਰੋਡ ਲੈ ਲਈ, ਠੀਕ ਹੈ, ਉਹਨੂੰ ਰੱਖ ਦਿੱਤਾ ਤੇ ਉਹਦੇ ਉੱਤੇ ਮਾਰਕ ਕਰਤੇ 2 ਪੁਆਇੰਟਸ, ਠੀਕ ਹੈ। ਉਹਨਾਂ ਦੋਨੋਂ ਪੁਆਇੰਟਸ ਦੇ ਵਿੱਚ ਜੋ ਡਿਸਟੈਂਸ ਆ ਉਹਨੂੰ ਉਹਨਾਂ ਨੇ ਫਿਕਸ ਕਰਤਾ ਕਿ 1 ਮੀਟਰ ਹੈ, ਠੀਕ ਹੈ। ਤੇ ਉਹ ਕਿੰਨੇ ਟੈਂਪਰੇਚਰ ਤੇ ਰੱਖਿਆ? 273.16 ਕੈਲਵਿਨ ਦੇ ਉੱਤੇ। ਤਾਂ ਉਹਨਾਂ ਨੇ ਕੀ ਕੀਤਾ, ਇੱਕ ਪਲੈਟੀਨਮ ਈਡੀਅਮ ਦੀ ਰੋਡ ਲੈ ਲਈ, ਪਲੈਟੀਨਮ ਈਡੀਅਮ ਦੋਨੋਂ ਮੈਟਲਸ ਨੇ, ਇਹਨਾਂ ਨੂੰ ਮਿਕਸ ਕਰਕੇ ਇੱਕ ਰੋਡ ਬਣਾ ਲਈ, ਠੀਕ ਹੈ। ਉੱਤੇ 2 ਮਾਰਕ ਕਰਤੇ, ਇੱਕ ਉਹਨਾਂ ਨੂੰ ਮਾਰਕ ਦੇ ਵਿੱਚ ਵਾਲੇ ਡਿਸਟੈਂਸ ਨੂੰ ਕਹਤਾ ਕਿ ਫਿਕਸਡ ਡਿਸਟੈਂਸ ਹੈ ਜੋ ਇਹ 1 ਮੀਟਰ ਹੈ, ਤੇ ਉਹਨੂੰ ਫਿਕਸਡ ਟੈਂਪਰੇਚਰ ਤੇ ਰੱਖਤਾ 273.16 ਕੈਲਵਿਨ ਦੇ ਉੱਤੇ। ਤਾਂ ਡੈਫੀਨੇਸ਼ਨ ਕੀ ਬਣ ਗਈ, 1 meter as a distance between two lines marked on platinum iridium rod kept at constant temperature of 273.16 Kelvin। बट ਹੁਣ ਦੇਖੋ ਇਹ ਵਾਲੀ ਜੋ ਡੈਫੀਨੇਸ਼ਨ ਹੈ ਇਹਦੇ ਵਿੱਚ ਵੀ ਜ਼ਿਆਦਾ ਐਕੂਰੇਸੀ ਨਹੀਂ ਆਈ ਕਿਉਂਕਿ ਟੈਂਪਰੇਚਰ ਚੇਂਜ ਹੋਣ ਦੇ ਨਾਲ ਤਾਂ ਫਿਰ ਚੇਂਜਸ ਆਣਗੇ, ਠੀਕ ਹੈ। ਅਗਰ ਟੈਂਪਰੇਚਰ ਕਿਸੇ ਏਰੀਆ ਦਾ 273 ਉਹਨੂੰ ਫਿਕਸਡ ਟੈਂਪਰੇਚਰ ਤੇ ਰੱਖਿਆ ਹੋਇਆ ਹੈ 273.16, ਅਗਰ ਟੈਂਪਰੇਚਰ ਚੇਂਜ ਹੋ ਗਿਆ ਕਿਸੇ ਏਰੀਆ ਦਾ ਤਾਂ ਫਿਰ ਕੀ ਹੋਏਗਾ? ਹੁਣ ਫਿਰ ਇਹਦਾ ਮਤਲਬ ਤਾਂ ਇਹ ਆ ਕਿ ਅਗਰ ਅਸੀਂ ਇਹਨੂੰ ਚੇਂਜ ਕਰਕੇ ਰੱਖਾਂਗੇ ਟੈਂਪਰੇਚਰ ਕੰਡੀਸ਼ਨ ਚੇਂਜ ਹੋਣ ਦੇ ਨਾਲ ਇਹ ਚੇਂਜ ਹੋਈ ਜਾਊਗਾ। ਤਾਂ ਫਿਰ ਸਾਨੂੰ ਕੀ ਜ਼ਰੂਰਤ ਸੀ ਕਿ ਅਸੀਂ ਮੀਟਰ ਦੀ ਜੋ ਡੈਫੀਨੇਸ਼ਨ ਆ ਅਸੀਂ ਕੋਈ ਨੈਚੁਰਲ ਐਵੇਂ ਦੀ ਚੀਜ਼ ਤੇ ਰੱਖੀਏ ਕਿ ਜਿਹਦੀ ਵੈਲਿਊ ਹਮੇਸ਼ਾ ਫਿਕਸਡ ਰਵੇ, ਚੇਂਜ ਨਾ ਹੋਵੇ, ਠੀਕ ਹੈ। ਤਾਂ ਫਿਰ ਇਹਦੇ ਲਈ ਜੋ ਮੀਟਰ ਦੀ ਡੈਫੀਨੇਸ਼ਨ ਸੀ ਉਹਨੂੰ ਦੁਬਾਰਾ ਤੋਂ ਡਿਫਾਈਨ ਕੀਤਾ ਗਿਆ। ਤਾਂ ਸਾਡੇ ਕੋਲ ਇੱਕ ਐਵੇਂ ਦੀ ਚੀਜ਼ ਹੈਗੀ ਹੈ, ਇੱਕ ਐਵੇਂ ਦਾ ਕਨਸਟੈਂਟ ਆ ਜਿਹਦੀ ਵੈਲਿਊ ਫਿਕਸਡ ਰਹਿੰਦੀ ਹੈ, ਉਹ ਕੀ ਹੈ? ਸਪੀਡ ਆਫ ਲਾਈਟ। स्पीड ऑफ लाइट की वैल्यू कितनी है? 3 × 10⁸ मीटर पर सेकेंड। बट जो आ वैल्यू आ 3 × 10⁸ इनू असीं अपनी कैलकुलेशन सॉल्व करने लिए लै लैंदे आ, बट ये एक्चुअल वैल्यू नहीं हैगी। जो एक्चुअल वैल्यू कितनी है? 299,792,458 मीटर पर सेकेंड। एक्चुअल वैल्यू इन्नी है 299,792,458 मीटर पर सेकेंड। ये जो स्पीड ऑफ लाइट की जो चाल है इन वैक्यूम कह सकते हैं या एयर बोल सकते हैं। तो की किया 1 मीटर नू स्पीड ऑफ लाइट दियां टर्म्स विच डिफाइन किया। ਇਹਦੇ ਵਿੱਚ ਕੀ ਇਹ ਚੈੱਕ ਕੀਤਾ ਗਿਆ ਕਿ ਲਾਈਟ 1 ਸੈਕਿੰਡ ਦੇ ਵਿੱਚ ਕਿੰਨਾ ਡਿਸਟੈਂਸ ਟਰੈਵਲ ਕਰਦੀ ਆ, ਠੀਕ ਹੈ। ਤਾਂ ਦੇਖਿਆ 1 ਸੈਕਿੰਡ ਦੇ ਵਿੱਚ ਕਿੰਨਾ ਡਿਸਟੈਂਸ ਟਰੈਵਲ ਕਰਦੀ ਆ 299,792,458 ਮੀਟਰ ਡਿਸਟੈਂਸ ਟਰੈਵਲ ਕਰਦੀ ਆ। ਇਹ ਪਤਾ ਚੱਲ ਗਿਆ 1 ਸੈਕਿੰਡ ਦੇ ਵਿੱਚ 299,792,458 ਮੀਟਰ ਟਰੈਵਲ ਕਰਦੀ ਹੈ। ਤੇ ਜੇ ਅਸੀਂ ਇੱਥੋਂ 1 ਮੀਟਰ ਕੱਢਣਾ ਹੋਵੇ 1 ਮੀਟਰ ਕੀ ਹੋਏਗਾ 1/299,792,458 ऑफ अ सेकेंड। मीनस 1 मीटर ਦੇ ਵਿੱਚ 1 ਮੀਟਰ ਕਿੰਨਾ ਡਿਸਟੈਂਸ ਹੋਏਗਾ कि अगर असी सेकेंड का इनवा पार्ट कर दिए तो जो न्यू डेफिनेशन है वो की बन जाएगी। तो की है 1 मीटर इज डिफाइंड एज अ लेंथ ऑफ पाथ ट्रैवल्ड बाय लाइट इन वैक्यूम। कितना पाथ ट्रैवल कर दिया लाइट किदे विच? वैक्यूम विच। किन्ने टाइम इंटरवल विच? 1/299,792,458 ऑफ अ सेकेंड। जो वैल्यू है ये एक्चुअल वैल्यू है, फिक्सड वैल्यू है। नैक्सट आप देखते हैं यूनिट ऑफ मास।
ਮਾਸ ਕੀ ਹੈ ਕਿ ਕੋਈ ਵੀ ਕੁਆਂਟੀਟੀ ਕਿੰਨੀ ਅਮਾਊਂਟ ਵਿੱਚ ਹੈਗੀ ਆ, ਠੀਕ ਹੈ, ਕਿੰਨੀ ਅਮਾਊਂਟ ਵਿੱਚ ਮੈਟਰ ਉਹਦੇ ਵਿੱਚ ਪਿਆ। ਮੈਟਰ ਮਤਲਬ ਕੋਈ ਵੀ ਸਬਸਟੈਂਸ ਉਹਦੇ ਵਿੱਚ ਪਿਆ ਜਿਹਦਾ weight ਹੋਊਗਾ, ਜਿਹਦਾ ਜਿਹੜੀ ਜਗ੍ਹਾ ਰੋਕਦੀ ਹੋਊਗੀ ਉਹ ਚੀਜ਼ ਮੈਟਰ ਹੁੰਦੀ ਹੈ, ਠੀਕ ਹੈ। ਤਾਂ ਮਾਸ ਦੇ ਯੂਨਿਟਸ ਕੀ ਹੈ, ਕਿਲੋਗ੍ਰਾਮ। ਤਾਂ ਕਿਲੋਗ੍ਰਾਮ ਨੂੰ ਕਿਵੇਂ ਡਿਫਾਈਨ ਕਰਨਾ, ਕੀ ਕੀਤਾ ਕਿਲੋਗ੍ਰਾਮ ਨੂੰ ਡਿਫਾਈਨ ਕਰਨ ਦੇ ਲਈ, ਪਲੈਟੀਨਮ ਈਡੀਅਮ ਦਾ ਸਿਲੰਡਰ, ਪਲੈਟੀਨਮ ਈਡੀਅਮ ਮੈਟਲ ਦਾ ਸਿਲੰਡਰ ਰੱਖ ਦਿੱਤਾ ਗਿਆ, ਇੱਕ ਸਿਲੰਡਰ ਇਦਾਂ ਜਿਹਦਾ weight ਕਰਕੇ ਰੱਖਤਾ, ਤੇ ਇਸ ਸਿਲੰਡਰ ਨੂੰ ਕਹਿ ਦਿੱਤਾ ਕਿ ਬਸ ਇਹ 1 kg ਹੈ, ਚਾਹੇ ਇਹਦਾ weight ਜਿੰਨਾ ਵੀ ਹੈ, ਬਸ ਇਹਨੂੰ ਫਿਕਸ ਕਰਤਾ। ਪਲੈਟੀਨਮ ਈਡੀਅਮ ਦਾ ਇੱਕ ਸਿਲੰਡਰ ਜਿਹਨੂੰ ਪੈਰਿਸ ਦੇ ਵਿੱਚ ਰੱਖਿਆ ਗਿਆ ਹੈ ਇੰਟਰਨੈਸ਼ਨਲ ਬਿਊਰੋ ਆਫ ਵੇਟ ਐਂਡ ਮੇਜ਼ਰਮੈਂਟ ਦੇ ਅੰਡਰ, ਤੇ ਇਹਨੂੰ ਫਰਾਂਸ ਵਿੱਚ ਉੱਥੇ ਕਹਿ ਦਿੱਤਾ ਗਿਆ ਦਾ weight 1 kg ਹੈ। ਤਾਂ ਡੈਫੀਨੇਸ਼ਨ ਕੀ ਹੈ, ਦ ਮਾਸ ਆਫ ਪਲੈਟੀਨਮ ਈਡੀਅਮ ਸਿਲੰਡਰ ਕੈਪਟ ਇਨ ਇੰਟਰਨੈਸ਼ਨਲ ਬਿਊਰੋ ਆਫ ਵੇਟ ਐਂਡ ਮੇਜ਼ਰਮੈਂਟ ਐਟ ਸਰਵ ਨੀਅਰ ਫਰਾਂਸ ਪੈਰਿਸ। ਕਿੰਨਾ weight ਹੋਏਗਾ ਪਲੈਟੀਨਮ ਈਡੀਅਮ ਸਿਲੰਡਰ ਦਾ ਜਿਹਨੂੰ ਇੰਟਰਨੈਸ਼ਨਲ ਬਿਊਰੋ ਵੇਟ ਤੇ ਮੇਜ਼ਰਮੈਂਟ ਅੰਡਰ ਰੱਖਿਆ ਗਿਆ ਹੈ ਫਰਾਂਸ ਪੈਰਿਸ ਵਿੱਚ। ਤਾਂ ਕੀ ਹੈ ਨਾ, ਜੋ weight ਹੈ ਇਸ weight ਦੇ ਕੋਰਸਪੋਂਡਿੰਗਲੀ ਕੀ ਕੀਤਾ ਗਿਆ ਕਿ ਵੇਇੰਗ ਮਸ਼ੀਨ ਜਾਂ ਫਿਰ ਹੋਰ ਬਹੁਤ ਸਾਰੇ ਜਿਹਨੂੰ ਆਪਾਂ ਵੱਟੇ ਕਹਿ ਦਿੰਦੇ ਆ ਉਹ ਬਣਾ ਲਏ ਗਏ ਜਿਹਦਾ weight 1 kg ਫਿਕਸ ਕਰ ਦਿੱਤਾ ਗਿਆ। ਤਾਂ ਹੁਣ ਹਰ ਇੱਕ ਲੋਕ ਉਹਨੂੰ ਹੀ ਯੂਜ਼ ਕਰਦੇ ਆ weight ਨੂੰ ਮੇਜ਼ਰ ਕਰਨ ਦੇ ਲਈ। ਨੈਕਸਟ ਡੈਫੀਨੇਸ਼ਨ ਹੈ ਸੈਕਿੰਡ ਦੀ। ਸੈਕਿੰਡ ਲਈ ਕੀ ਕੀਤਾ ਨਾ, 1 ਮੀਟਰ ਲੰਬੀ ਰੋਡ ਲੈ ਲਈ। ਪੈਰਿਸ ਦੀ ਸਾਇੰਸ ਅਕੈਡਮੀ ਵਿੱਚ ਇਹ ਐਕਸਪੈਰੀਮੈਂਟ ਕੀਤਾ ਗਿਆ ਸੀ। ਉਹਨਾਂ ਨੇ 1 ਮੀਟਰ ਲੰਬੀ ਰੋਡ ਲੈ ਲਈ, ਉੱਥੇ ਇੱਕ ਪੈਂਡੂਲਮ ਫਿਕਸ ਹੈ, ਠੀਕ ਹੈ, 1 ਮੀਟਰ ਲੰਬਾ। ਤਾਂ ਉਹ ਆਪਦੀ ਐਕਸਟ੍ਰੀਮ ਪੋਜੀਸ਼ਨ ਤੇ ਵੀ ਜਾਊਗਾ। ਇਸ ਪੋਜੀਸ਼ਨ ਨੂੰ ਜੋ ਬਾਹਰ ਜਾਂਦਾ ਹੈ ਇਹਨੂੰ ਕਹਿੰਦੇ ਆ ਐਕਸਟ੍ਰੀਮ ਪੋਜੀਸ਼ਨ, ਠੀਕ ਹੈ। ਇਫ ਆਪਦੀ ਓਰੀਜਨਲ ਪੋਜੀਸ਼ਨ ਤੇ ਵਾਪਸ ਆਉਣਾ ਮਤਲਬ ਹੁੰਦਾ ਮੀਨ ਪੋਜੀਸ਼ਨ, ਫਿਰ ਵਾਪਸ ਇੱਧਰ ਜਾਏਗਾ ਤਾਂ ਇਹਨੂੰ ਵੀ ਅਸੀਂ ਕੀ ਬੋਲਾਂਗੇ, ਇਹਦੀ ਐਕਸਟ੍ਰੀਮ ਪੋਜੀਸ਼ਨ। ਤਾਂ ਕਿੰਨਾ ਟਾਈਮ ਲਗਾਉਂਦਾ ਏ ਕਿ ਆਪਦੀ ਇੱਕ ਐਕਸਟ੍ਰੀਮ ਪੋਜੀਸ਼ਨ ਤੋਂ ਦੂਸਰੀ ਐਕਸਟ੍ਰੀਮ ਪੋਜੀਸ਼ਨ ਤੇ ਜਾਣ ਦੇ ਲਈ, ਉਹਨੂੰ ਅਸੀਂ ਕੀ ਕਵਾਂਗੇ, 1 ਸੈਕਿੰਡ। ਦ ਟਾਈਮ ਟੇਕਨ ਬਾਏ the time taken by a pendulum of 1 meter length to swing from one extreme position to the another. Next है system of units। जो system of units है 4 टाइप दे। फर्स्ट है CGS, सेकेंड है FPS, थर्ड है MKS एंड फोर्थ है SI। CGS सिस्टम, CGS सिस्टम कित्थे सैट होया, फ्रांस विच। ਇਹਦਾ मतलब ਕੀ है, C मतलब हैगा सेंटीमीटर, G मतलब ग्राम और S मतलब सेकेंड। ਤਾਂ ਫਿਰ ਇਹਨੂੰ ਬੋਲਦੇ ਆ ਸੈਂਟੀਮੀਟਰ ਗ੍ਰਾਮ ਸਿਸਟਮ, CGS ਸਿਸਟਮ। ਨੈਕਸਟ ਹੈ FPS ਸਿਸਟਮ, ਇਹਨੂੰ ਬ੍ਰਿਟਿਸ਼ ਸਿਸਟਮ ਵੀ ਬੋਲਦੇ ਆ, ਠੀਕ ਹੈ। ਇਹ F मतलब ਕੀ ਹੈ ਇੱਥੇ, ਫੁੱਟ, ਲੈਂਥ ਨੂੰ ਫੁੱਟ ਵਿੱਚ ਮੇਜ਼ਰ ਕਰਨਾ, P ਪੌਂਡਸ ਤੇ ਸੈਕਿੰਡ, ਠੀਕ ਹੈ ਜੀ। ਇਹਨੂੰ ਬੋਲਦੇ ਆ ਫੁੱਟ ਪੌਂਡ ਸੈਕਿੰਡ ਸਿਸਟਮ। ਥਰਡ ਸਿਸਟਮ ਹੈ MKS, ਇਹਦੇ ਵਿੱਚ ਲੈਂਥ ਨੂੰ ਕਿਹਦੇ ਵਿੱਚ ਮੇਜ਼ਰ ਕਰਦੇ ਆ, ਮੀਟਰ ਵਿੱਚ, K मतलब किलोग्राम, S मतलब सेकेंड। MKS सिस्टम की है मीटर किलोग्राम सेकेंड सिस्टम। जो है MKS है ते CGS सिस्टम है एक दूसरे नाल बहुत ज़्यादा कोरिलेट करते हैं। MKS विच की है मीटर किलोग्राम सेकेंड, CGS सेंटीमीटर ग्राम सेकेंड। MKS सिस्टम नूं होर की कह दिंदे आ, कोहीरेंट सिस्टम। कोहीरेंट वर्ड का मतलब की है, कोहीरेंट सिस्टम असीं ਉਹਨੂੰ ਬੋਲਾਂਗੇ ਜਿਹਦੇ ਵਿੱਚ ਕੀ ਹੈ ਨਾ ਕਿ ਅਸੀਂ ਜਿੰਨੇ ਵੀ ਸਾਰੇ ਸਿਸਟਮ ਆ ਉਹਨੂੰ ਅਸੀਂ ਚੇਂਜ ਕਰ ਸਕਦੇ ਆ MKS ਵਿੱਚ ਬਾਈ ਮਲਟੀਪਲਾਈਂਗ ਔਰ ਡਿਵਾਈਡਿੰਗ। ਹੁਣ ਦੇਖੋ ਅਗਰ CGS ਹੀ ਆ, CGS ਦੇ ਵਿੱਚ ਕੀ ਸੀਗਾ, ਸੈਂਟੀਮੀਟਰ ਨੂੰ ਅਸੀਂ ਮੀਟਰ ਵਿੱਚ ਚੇਂਜ ਕਰ ਸਕਦੇ ਹਾਂ, ਗ੍ਰਾਮ ਨੂੰ ਕਿਲੋਗ੍ਰਾਮ ਵਿੱਚ ਚੇਂਜ ਕਰ ਸਕਦੇ ਹਾਂ, ਤੇ ਸੈਕਿੰਡ ਨੂੰ ਤਾਂ ਸੈਕਿੰਡ 'ਚ ਹੀ ਰਹੇਗਾ, ਠੀਕ ਹੈ। ਤਾਂ ਜਿਹਦੇ ਵਿੱਚ ਅਸੀਂ ਚੇਂਜ ਕਰ ਸਕਦੇ ਹੋਈਏ ਕਿਸੇ ਵੀ ਤਰ੍ਹਾਂ ਦੇ ਸਿਸਟਮ ਨੂੰ ਮਲਟੀਪਲਾਈ ਜਾਂ ਫਿਰ ਡਿਵਾਈਡ ਕਰਕੇ MKS ਵਿੱਚ ਉਹਨੂੰ ਅਸੀਂ ਬੋਲ ਦਿੰਦੇ ਹਾਂ ਕੋਹੀਰੈਂਟ ਸਿਸਟਮ। ਤਾਂ ਸਾਰੇ ਦੇ ਸਾਰੇ ਸਿਸਟਮਸ ਨੂੰ ਅਸੀਂ MKS ਵਿੱਚ ਕਨਵਰਟ ਕਰ ਸਕਦੇ ਹਾਂ, ਤਾਂ ਇਹ ਕੀ ਹੈ, ਇੱਕ ਕੋਹੀਰੈਂਟ ਸਿਸਟਮ ਹੈ। ਤਾਂ ਡੈਫੀਨੇਸ਼ਨ ਕੀ ਹੋਗੀ, ਅ ਸਿਸਟਮ ਆਫ ਯੂਨਿਟ ਇਜ਼ ਸੈਡ ਟੂ ਬੀ ਕੋਹੀਰੈਂਟ ਇਫ ਆਲ ਦ ਡਰਾਈਵਡ ਯੂਨਿਟਸ ਕੈਨ ਬੀ ਓਬਟੇਨਡ
ਬਾय ਮਲਟੀਪਲਾਈਂਗ ਔਰ ਡਿਵਾਈਡਿੰਗ ਦਾ ਫੰਡਾਮੈਂਟਲ ਯੂਨਿਟ, ਮਤਲਬ ਜਿਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਡਰਾਈਵਡ ਯੂਨਿਟ ਆ ਜਿਨ੍ਹਾਂ ਨੂੰ ਅਸੀਂ ਬਣਾਵਾਂਗੇ ਉਹਨਾਂ ਨੂੰ ਅਸੀਂ ਓਬਟੇਨ ਕਰ ਸਕੀਏ, ਚੇਂਜ ਕਰ ਸਕੀਏ ਮਲਟੀਪਲਾਈ ਕਰਕੇ ਜਾਂ ਡਿਵਾਈਡ ਕਰਕੇ ਫੰਡਾਮੈਂਟਲ ਯੂਨਿਟ ਦੇ ਵਿੱਚ। ਤਾਂ ਇੱਥੇ ਫੰਡਾਮੈਂਟਲ ਯੂਨਿਟ ਕੀ ਆ, ਆਪਾਂ ਹੁਣੇ ਡਿਸਕਸ ਕੀਤਾ ਸੀਗਾ ਕਿ ਮੀਟਰ, ਕਿਲੋਗ੍ਰਾਮ, ਸੈਕਿੰਡ, ਇਹਨਾਂ ਨੂੰ ਅਸੀਂ ਫੰਡਾਮੈਂਟਲ ਯੂਨਿਟ ਲੈਂਦੇ ਹਾਂ, ਲੈਂਥ, ਮਾਸ ਐਂਡ ਟਾਈਮ। ਤੇ ਬਾਕੀ ਦੇ ਸਾਰੇ ਯੂਨਿਟਸ ਜਿਨ੍ਹਾਂ ਨੂੰ ਅਸੀਂ ਬਣਾਉਂਦੇ ਆ ਉਹ ਸਾਰੇ ਦੇ ਸਾਰੇ ਕੀ ਹੁੰਦੇ ਆ, ਡਰਾਈਵਡ ਯੂਨਿਟਸ। ਨੈਕਸਟ ਹੈ SI। SI ਮਤਲਬ ਹੁੰਦਾ ਸਿਸਟਮ ਇੰਟਰਨੈਸ਼ਨਲ ਡੀ ਸਿਸਟਮ ਯੂਨਿਟ, ਠੀਕ ਹੈ। ਹੁਣ ਆਪਾਂ ਪੜ੍ਹਿਆ ਸੀਗਾ ਕਿ ਫੰਡਾਮੈਂਟਲ ਕੀ ਹੈ, ਸਾਡੇ ਕੋਲ ਲੈਂਥ, ਮਾਸ ਤੇ ਟਾਈਮ, ਜਿਹਦੇ ਨਾਲ ਅਸੀਂ ਡਿਸਕਸ ਕੀਤਾ ਸੀਗਾ ਕਿ ਅਸੀਂ ਡਰਾਈਵਡ ਯੂਨਿਟ ਨੂੰ ਇਹ 'ਚ ਕਨਵਰਟ ਕਰ ਸਕਦੇ ਹਾਂ। ਬਟ ਇੱਕ ਕਾਨਫਰੰਸ ਹੋਈ ਸੀਗੀ, ਉਹਦੇ ਵਿੱਚ ਇਹ ਡਿਸਕਸ ਕੀਤਾ ਗਿਆ ਕਿ ਜੋ ਫੰਡਾਮੈਂਟਲ ਯੂਨਿਟ ਹੈ ਇਹ ਸਿਰਫ ਤਿੰਨੇ ਸਫੀਸ਼ੀਐਂਟ ਨਹੀਂ ਹੈਗੇ ਆਪਾਂ ਨੂੰ ਬਾਕੀ ਸਾਰੀਆਂ ਚੀਜ਼ਾਂ ਡਿਫਾਈਨ ਕਰਨ ਦੇ ਲਈ, ਤਾਂ ਫਿਰ ਸਿਸਟਮ ਇੰਟਰਨੈਸ਼ਨਲ ਯੂਨਿਟ ਬਣਾਏ ਗਏ। ਤਾਂ ਉਹਨਾਂ ਨੇ ਕੀ ਕੀਤਾ, ਕੁਝ ਹੋਰ ਯੂਨਿਟਸ ਨੂੰ, ਕੁਝ ਹੋਰ ਫਿਜ਼ੀਕਲ ਕੁਆਂਟੀਟੀਜ਼ ਨੂੰ ਇਹਦੇ ਵਿੱਚ ਇੰਟਰੋਡਿਊਸ ਕਰਤਾ, ਐਡ ਕਰਤਾ, ਠੀਕ ਹੈ। ਤਾਂ ਆਪਾਂ ਲਿਖਦੇ ਹਾਂ ਬੇਸਿਕ ਫਿਜ਼ੀਕਲ ਕੁਆਂਟੀਟੀਜ਼ ਕਿਹੜੀਆਂ ਲੈਤੀਆਂ, ਉਹਨਾਂ ਦੇ ਯੂਨਿਟ ਕਿਹੜੇ ਸਿਲੈਕਟ ਕੀਤੇ ਤੇ ਯੂਨਿਟ ਨੂੰ ਕਿਹੜੀ ਵਾਲੀ ਐਬਰੀਵੇਸ਼ਨ ਦਿੱਤੀ ਜਾਂ ਸਿੰਬਲਸ ਦਿੱਤੇ ਕਿ ਕਿਵੇਂ ਰਿਪਰੈਜ਼ੈਂਟ ਕਰਨਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਲੈਂਥ ਸੀਗੀ, ਲੈਂਥ ਨੂੰ ਯੂਨਿਟ ਕੀ ਦਿੱਤੇ ਸੀ, ਮੀਟਰ, ਤੇ ਸਿੰਬਲ ਕੀ ਯੂਜ਼ ਕਰਦੇ ਹੁੰਦੇ ਆ, ਸਮਾਲ m। ਸੈਕਿੰਡਲੀ ਕੀ ਹੈ, ਮਾਸ, ਉਹਦੇ ਲਈ ਸਾਡੇ ਕੋਲ ਕੀ ਸੀਗੇ, ਕਿਲੋਗ੍ਰਾਮ, kg ਲਿਖ ਦਿੰਦੇ ਆ ਜਿਹਨੂੰ ਅਸੀਂ। ਥਰਡ ਕੀ ਹੈ ਸਾਡੇ ਕੋਲ, ਟਾਈਮ, ਉਹਦੇ ਲਈ ਸਾਡੇ ਕੋਲ ਕੀ ਸੀਗੇ, ਸੈਕਿੰਡ, ਤੇ ਇਹਨੂੰ ਅਸੀਂ ਕੀ ਲਿਖ ਦਿੰਦੇ ਹੁੰਦੇ ਆ, s। ਤੇ ਫੋਰਥ ਉਹਨਾਂ ਨੇ ਸਿਲੈਕਟ ਕੀਤਾ ਟੈਂਪਰੇਚਰ। ਟੈਂਪਰੇਚਰ ਲਈ ਜੋ ਯੂਨਿਟ ਸਿਲੈਕਟ ਕੀਤੇ ਉਹ ਕੀ ਹੈ, ਕੈਲਵਿਨ, ਇਹਨੂੰ ਅਸੀਂ ਕੈਪੀਟਲ K ਨਾਲ ਲਿਖਦੇ ਹਾਂ। ਨੈਕਸਟ ਜੋ ਉਹਨਾਂ ਨੇ ਸਿਲੈਕਟ ਕੀਤਾ, ਫਿਫਥ, ਇਲੈਕਟ੍ਰਿਕ ਕਰੰਟ, ਕਿਸੇ ਵੀ ਚੀਜ਼ ਦਾ ਕਰੰਟ ਮੇਜ਼ਰ ਕਰਨ ਲਈ, ਇਲੈਕਟ੍ਰਿਕ ਕਰੰਟ ਕੀ ਯੂਨਿਟ ਹੈ, ਐਂਪੀਅਰ, ਠੀਕ ਹੈ, ਇਹਨੂੰ ਅਸੀਂ ਕੈਪੀਟਲ A ਨਾਲ ਲਿਖਦੇ ਹਾਂ। ਨੈਕਸਟ ਹੈ ਲੂਮੀਨੀਅਸ ਇੰਟੈਂਸਿਟੀ, ਜਿਹਨੂੰ ਉਹਨਾਂ ਨੇ ਕੀ ਕੀਤਾ, ਕੈਂਡੀਲਾ ਦੇ ਯੂਨਿਟ ਕੀ ਸਿਲੈਕਟ ਕੀਤੇ, ਕੈਂਡੀਲਾ, CD ਸਿੰਬਲ ਸੀ, ਠੀਕ ਹੈ। ਨੈਕਸਟ ਕਿ ਕਿੰਨੀ ਕੁਆਂਟੀਟੀ 'ਚ ਕੋਈ ਮੈਟਰ ਹੈਗਾ, ਕੁਆਂਟਿਟੀ ਆਫ ਮੈਟਰ, ਤੇ ਉਹਦੇ ਲਈ ਉਹਨਾਂ ਨੇ ਚੂਜ਼ ਕੀਤਾ ਮੋਲ, ਜਿਹਨੂੰ ਅਸੀਂ MOL ਸਿੰਬਲ ਨਾਲ ਰਿਪਰੈਜ਼ੈਂਟ ਕਰਦੇ ਹਾਂ। ਤੁਸੀਂ ਬਾਕੀ ਸਾਰੀਆਂ ਟਰਮਸ ਬਾਰੇ ਤਾਂ ਸ਼ਾਇਦ ਜਾਣਦੇ ਹੀ ਹੋ। ਲੂਮੀਨੀਅਸ ਇੰਟੈਂਸਿਟੀ ਕੀ ਹੁੰਦੀ ਆ, ਜੋ ਲੂਮੀਨੀਅਸ ਇੰਟੈਂਸਿਟੀ ਆ ਇਹ ਆਪਾਂ ਕਿਸੇ ਵੀ ਲਾਈਟ ਦੀ ਇੰਟੈਂਸਿਟੀ, ਕੋਈ ਲਾਈਟ ਸਾਡੇ ਕੋਲ ਜ਼ਿਆਦਾ ਬ੍ਰਾਈਟ ਆਈ ਆ ਜਾਂ ਡਿਮ ਆਈ ਆ, ਇਹ ਚੀਜ਼ ਚੈੱਕ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ, ਉਹ ਕੀ ਹੈ, ਲੂਮੀਨੀਅਸ ਇੰਟੈਂਸਿਟੀ। ਜੋ ਯੂਨਿਟ ਚੂਜ਼ ਕੀਤੇ ਕੈਂਡੇਲਾ, CD ਸਿੰਬਲ ਸੀ। ਕੁਆਂਟਿਟੀ ਆਫ ਮੈਟਰ, ਇਹਦੇ ਵਿੱਚ ਉਹਨਾਂ ਨੇ ਇਹ ਦੇਖਿਆ ਕਿ ਕੋਈ ਸਬਸਟਾਂਸ ਆ ਉਹਦੇ ਵਿੱਚ ਕਿੰਨੀ ਅਮਾਊਂਟ ਵਿੱਚ ਮੈਟਰ ਹੈਗਾ, ਕੋਈ ਸਬਸਟਾਂਸ ਪ੍ਰੈਜ਼ੈਂਟ ਹੈਗਾ, ਠੀਕ ਹੈ। ਯੂਨਿਟ ਜੋ ਚੂਜ਼ ਕੀਤੇ ਗਏ ਉਹ ਕੀ ਆ, ਮੋਲ। ਸਿਰਫ ਆਹੀ ਨਹੀਂ, ਉਹਨਾਂ ਨੇ ਦੋ ਹੋਰ ਸਪਲੀਮੈਂਟਰੀ ਕੁਆਂਟੀਟੀਜ਼ ਦਿੱਤੀਆਂ ਸੀਗੀਆਂ, ਉਹ ਕੀ ਸੀਗੀਆਂ, ਪਲੇਨ ਐਂਗਲ ਤੇ ਇੱਕ ਸੋਲਿਡ ਐਂਗਲ। ਤਾਂ ਉਹਦੇ ਵਿੱਚ ਜੋ ਪਲੇਨ ਐਂਗਲ ਹੈ ਉਹ ਕੀ ਹੈ, ਉਹਦੇ ਯੂਨਿਟ ਰੇਡੀਅਨ, ਠੀਕ ਹੈ, RAD ਨਾਲ ਰਿਪਰੈਜ਼ੈਂਟ ਕੀਤਾ ਜਾਂਦਾ। ਜੋ ਸੋਲਿਡ ਐਂਗਲ ਆ ਉਹਨੂੰ ਕਹਿੰਦੇ ਆ ਸਟੀਰੇਡੀਅਨ, ਉਹਨੂੰ ਕਹਿੰਦੇ ਆ SR। ਇਹਨਾਂ ਸਾਰੀਆਂ ਕੁਆਂਟੀਟੀਜ਼ ਵਿੱਚੋਂ ਆਪਾਂ ਤਿੰਨ ਕੁਆਂਟੀਟੀਜ਼ ਬਾਰੇ ਤਾਂ ਪੜ੍ਹ ਲਿਆ ਹੋਇਆ, ਬਾਕੀ ਦੀਆਂ ਕੁਆਂਟੀਟੀਜ਼ ਨੂੰ ਜਿਵੇਂ ਜਿਵੇਂ ਆਪਾਂ ਯੂਜ਼ ਕਰਾਂਗੇ, ਜ਼ਰੂਰਤ ਹੋਊਗੀ ਆਪਾਂ ਯੂਜ਼ ਕਰਾਂਗੇ, ਆਪਾਂ ਉੱਦਾਂ ਅੱਗੇ ਸਟੱਡੀ ਕਰੀ ਜਾਵਾਂਗੇ। ਤਾਂ ਅੱਜ ਦੇ ਇਸ ਲੈਕਚਰ 'ਚ ਆਪਾਂ ਕੀ ਪੜ੍ਹਿਆ ਕਿ ਯੂਨਿਟਸ ਹੈ ਜੋ ਉਹਨਾਂ ਦੇ ਕਰੈਕਟਰਿਸਟਿਕਸ ਕੀ ਹੋਣੇ ਚਾਹੀਦੇ ਆ, ਕਿੱਦਾਂ ਦੇ ਕੁਆਲਿਟੀ ਦੇ ਹੋਣੇ ਚਾਹੀਦੇ ਆ ਯੂਨਿਟ, ਲੈਂਥ ਦੇ, ਮਾਸ ਦੇ ਤੇ ਟਾਈਮ ਦੇ ਯੂਨਿਟਸ ਨੂੰ ਆਪਾਂ ਡਿਫਾਈਨ ਕੀਤਾ। ਨੈਕਸਟ ਆਪਾਂ ਦੇਖਿਆ ਕਿ ਅਲੱਗ-ਅਲੱਗ ਤਰ੍ਹਾਂ ਦੇ ਸਿਸਟਮ ਆਫ ਯੂਨਿਟ ਆ, CGS ਆ, FPS ਆ, MKS ਆ ਤੇ SI ਯੂਨਿਟ ਆ। ਔਰ ਜੋ SI ਯੂਨਿਟ ਆ ਉਹਨੂੰ ਅੱਗੋਂ ਜਿਹੜੇ ਸਿਰਫ ਮਾਸ, ਲੈਂਥ ਤੇ ਟਾਈਮ ਆ, ਇਹ ਸਿਰਫ ਸਫੀਸ਼ੀਐਂਟ ਕੁਆਂਟੀਟੀਜ਼ ਨਹੀਂ ਸੀਗੀਆਂ, ਹੋਰ ਵੀ ਬਹੁਤ ਸਾਰੀਆਂ ਕੁਆਂਟੀਟੀਜ਼ ਆ ਜਿਵੇਂ ਟੈਂਪਰੇਚਰ, ਇਲੈਕਟ੍ਰਿਕ ਕਰੰਟ, ਲੂਮੀਨੀਅਸ ਇੰਟੈਂਸਿਟੀ, ਕੁਆਂਟਿਟੀ ਆਫ ਮੈਟਰ, ਪਲੇਨ ਐਂਗਲ, ਸੋਲਿਡ ਐਂਗਲ। ਤਾਂ ਇਹਨਾਂ ਸਾਰਿਆਂ ਬਾਰੇ ਆਪਾਂ ਇਹਨਾਂ ਦੇ ਸਿਰਫ ਯੂਨਿਟਸ ਦੇਖੇ। ਤਾਂ ਜਿਵੇਂ ਜਿਵੇਂ ਜ਼ਰੂਰਤ ਹੋਊਗੀ ਆਪਾਂ ਇਹਨਾਂ ਸਾਰਿਆਂ ਨੂੰ ਅੱਗੇ ਸਟੱਡੀ ਕਰੀ ਜਾਵਾਂਗੇ। ਜੋ ਆਪਾਂ ਕਿਲੋਗ੍ਰਾਮ, ਸੈਕਿੰਡ ਜਾਂ ਫਿਰ ਮੀਟਰ ਦੀਆਂ ਡੈਫੀਨੇਸ਼ਨਸ ਕੀਤੀਆਂ ਸਿਰਫ ਨੌਲੇਜ ਲਈ ਸੀਗੀ, ਸਾਨੂੰ ਪਤਾ ਹੋਵੇ ਕਿ ਬਣਿਆ ਕਿਵੇਂ। ਇਹਦੇ ਵਿੱਚੋਂ ਕੋਈ ਵੀ ਇੱਕ ਡੈਫੀਨੇਸ਼ਨ ਲਰਨ ਕਰ ਲੈਣੀ ਆ।